ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਤੀਨੇ ਤਾਪਨ ਵਾਰਨ ਹਾਰਾ, ਦੁਖਾਂਤਾ ਸੁਖ ਰਾਸ। ਤਾਕੋ ਬਿਗਨ ਨਾ ਕੋ ਲਾਗੈ, ਜਾਕੇ ਪ੍ਰਭ ਆਗੇ ਅਰਦਾਸ। ਇੱਕ ਦਿਨ ਬਾਜਾਂ ਵਾਲੇ ਕੋਲੋਂ ਮੈਂ ਪ੍ਰੇਮ ਸਰਾਹੀ ਪੀਤੀ। ਭਾਗ ਹਮਾਰੇ ਲਿਖੀ ਫਕੀਰੀ, ਸੋ ਮਤ ਕਰ ਲੀਤੀ। ਪਿਛਲੀ ਉਮਰ ਗਵਾਈ ਐ ਮੈਂ, ਹਰ ਕੀ ਭਗਤ ਨ ਕੀਤੀ। ਆਗੈ ਸਮਝ ਚਲੋ ਨੰਦ ਲਾਲਾ, ਪਾਸੇ ਬੀਤੀ ਸੋ ਬੀਤੀ। ਤੇਰਾ ਨਾਮ ਤੁਲਹਾ ਬੇੜੀ, ਚੜ ਕੇ ਪਾਰ ਲੰਘਣਾ। 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 ਨਾਮ ਤੁਲਹਾ ਬੇੜੀ, ਚੜ ਕੇ ਪਾਰ ਲੰਘਣਾ। ਤੇਰਾ ਨਾਮ ਤੁਲਹਾ ਬੇੜੀ, ਚੜ ਕੇ ਪਾਰ ਲੰਘਣਾ। ਤੇਰਾ ਨਾਮ ਤੁਲਹਾ ਬੇੜੀ, ਚੜ ਕੇ ਪਾਰ ਲੰਘਣਾ। ਓ ਤੇਰਾ ਨਾਮ ਤੁਲਹਾ ਬੇੜੀ, ਚੜ ਕੇ ਪਾਰ ਲੰਘਣਾ। ਤੇਰਾ ਨਾਮ ਤੁਲਹਾ ਬੇੜੀ, ਚੜ ਕੇ ਪਾਰ ਲੰਘਣਾ। ਤੇਰਾ ਨਾਮ ਤੁਲਹਾ ਬੇੜੀ, ਚੜ ਕੇ ਪਾਰ ਲੰਘਣਾ। ਨਾਮ ਤੁਲਹਾ ਬੇੜੀ, ਚੜ ਕੇ ਪਾਰ ਲੰਘਣਾ। ਤੇਰਾ ਨਾਮ ਤੁਲਹਾ ਬੇੜੀ, ਚੜ ਕੇ ਪਾਰ ਲੰਘਣਾ। ਪਾਰ ਲੰਘਣਾ, ਚੜ ਕੇ ਪਾਰ ਲੰਘਣਾ। ਪਾਰ ਲੰਘਣਾ, ਚੜ ਕੇ ਪਾਰ ਲੰਘਣਾ। ਓ ਪਾਰ ਲੰਘਣਾ, ਚੜ ਕੇ ਪਾਰ ਲੰਘਣਾ। ਪਾਰ ਲੰਘਣਾ, ਚੜ ਕੇ ਪਾਰ ਲੰਘਣਾ। ਪਾਰ ਲੰਘਣਾ, ਚੜ ਕੇ ਪਾਰ ਲੰਘਣਾ। ਓ ਪਾਰ ਲੰਘਣਾ, ਚੜ ਕੇ ਪਾਰ ਲੰਘਣਾ। ਪਾਰ ਲੰਘਣਾ, ਚੜ ਕੇ ਪਾਰ ਲੰਘਣਾ। ਓ ਪਾਰ ਲੰਘਣਾ, ਚੜ ਕੇ ਪਾਰ ਲੰਘਣਾ। ਓ ਪਾਰ ਲੰਘਣਾ, ਚੜ ਕੇ ਪਾਰ ਲੰਘਣਾ। ਓ ਪਾਰ ਲੰਘਣਾ, ਚੜ ਕੇ ਪਾਰ ਲੰਘਣਾ। ਪਾਰ ਲੰਘਣਾ, ਚੜ ਕੇ ਪਾਰ ਲੰਘਣਾ। ਪਾਰ ਲੰਘਣਾ, ਚੜ ਕੇ ਪਾਰ। ਤੇਰਾ ਨਾਮ ਤੁਲਹਾ ਬੇੜੀ, ਚੜ ਕੇ ਪਾਰ ਲੰਘਣਾ। ਤੇਰਾ ਨਾਮ ਤੁਲਹਾ ਬੇੜੀ, ਚੜ ਕੇ ਪਾਰ ਲੰਘਣਾ। ਤੁਲਹਾ ਬੇੜੀ, ਚੜ ਕੇ ਪਾਰ ਲੰਘਣਾ। ਤੇਰਾ ਨਾਮ ਤੁਲਹਾ ਬੇੜੀ, ਚੜ ਕੇ ਪਾਰ ਲੰਘਣਾ। ਨਾਮ ਤੁਲਹਾ ਬੇੜੀ,
ਚੜ ਕੇ ਪਾਰ ਲੰਘਣਾ ਤੇਰਾ ਨਾਮ ਤੁਲਹਾ ਬੇੜੀ ਚੜ ਕੇ ਪਾਰ ਲੰਘਣਾ ਵਾਹਿਗੁਰੂ 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 ਗੁਰੂ ਵਾਹਿਗੁਰੂ ਸਾਰੇ ਜਾਪ ਕਰੋ ਵਾਹਿਗੁਰੂ ਸਾਰੇ ਗੱਜ ਵੱਜ ਕੇ ਬੋਲੋ ਭਾਈ ਰਸਨਾ ਪਵਿੱਤਰ ਹੋ ਜਾਂਦੀ ਹੈ ਜਦੋਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਸਿਮਰਨ ਕਰਨ ਵਾਸਤੇ ਕਹਿੰਦੇ ਨੇ ਸਤਿਗੁਰੂ ਜੀ ਸਿਮਰਨ ਕਰਨ ਵਾਸਤੇ ਕਹਿੰਦੇ ਨੇ ਜੋ ਆਪਾਂ ਵਾਹਿਗੁਰੂ ਦਾ ਜਾਪ ਕਰਦੇ ਆ ਵਾਹਿਗੁਰੂ 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 ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ 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 ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ 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 ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ 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 ਵਾਹਿਗੁਰੂ
ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਸਤ ਸੰਗਤ ਜੀਓ, ਜੋ ਅੱਜ ਸੰਗਰਾਮ ਦਾ ਪਵਿੱਤਰ ਦਿਹਾੜਾ ਹੈ, ਲਲੌਡਾ ਸਾਹਿਬ ਦੀ ਧਰਤੀ ਤੇ ਹਰ ਮਹੀਨੇ ਸੰਗਰਾਮ ਦਾ ਪਾਵਨ ਪਵਿੱਤਰ ਦਿਹਾੜਾ ਮਨਾਉਂਦੇ ਹਾਂ। ਆਓ ਸਾਰੇ ਹੀ ਅਸੀਂ ਤੁਸੀਂ ਵੱਡੇ ਕਰਮਾਂ ਵਾਲੇ ਹਾਂ। ਵੱਡੇ ਕਰਮਾਂ ਦੇ ਨਾਲ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਆ। ਮਹਾਰਾਜ ਜੀ ਕਹਿੰਦੇ ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਪ੍ਰਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਵੱਡੇ ਕਰਮਾਂ ਦੇ ਨਾਲ, ਵੱਡੇ ਭਾਗਾਂ ਦੇ ਨਾਲ ਪਿਆਰਿਓ ਸਤ ਸੰਗਤ ਦੀ ਪ੍ਰਾਪਤੀ ਹੋਇਆ ਕਰਦੀ ਆ। ਭਾਗਹੀਨ ਪ੍ਰਮ ਚੋਟਾਂ ਖਾਵੈ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਭਾਗ ਮਾੜੇ ਨੇ ਨਾ, ਉਹ ਚੋਟਾਂ ਖਾਂਦੇ ਨੇ। ਭਾਵ ਕਿ ਚੋਟਾਂ ਦਾ ਮਤਲਬ ਉਹ ਫਿਰ ਥਾਂ ਥਾਂ ਤੇ ਭਟਕਦੇ ਰਹਿੰਦੇ ਨੇ। ਆਖੋ ਸਤਨਾਮ ਵਾਹਿਗੁਰੂ ਜੀ। ਵੱਡੇ ਭਾਗ ਨੇ, ਉਹਨਾਂ ਨੂੰ ਸਤ ਸੰਗਤ ਮਿਲ ਜਾਂਦੀ ਹੈ। ਵੱਡੇ ਭਾਗ ਤਿਨਾਂ ਗੁਰਸਿੱਖਾਂ ਜੋ ਸਤਿਗੁਰ ਚਰਨੀ ਲੱਗੇ ਆਏ, ਜਿਹੜੇ ਸਤਿਗੁਰ ਦੇ ਚਰਨਾਂ ਦੇ ਵਿੱਚ ਬਹਿੰਦੇ ਆ, ਗੁਰੂ ਦੀ ਬਾਣੀ ਸੁਣਦੇ ਆ, ਗੁਰੂ ਦੀ ਬਚਨਾਂ ਨੂੰ ਮੰਨਦੇ ਆ। ਮਹਾਰਾਜ ਜੀ ਕਹਿੰਦੇ ਉਹਨਾਂ ਦੇ ਭਾਗ ਵੱਡੇ ਨੇ, ਕਿਉਂਕਿ ਵੱਡੇ ਭਾਗਾਂ ਦੇ ਨਾਲ ਹੀ ਗੁਰਮੁਖ ਪਿਆਰਿਓ ਸਤ ਸੰਗਤ ਪ੍ਰਾਪਤ ਹੋਇਆ ਕਰਦਾ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਵੱਡੇ ਭਾਗ ਨੇ ਉਹਨਾਂ ਨੂੰ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਕੀ ਕਹਿੰਦੇ ਆ ਮਹਾਰਾਜ ਜੀ? ਆਓ ਪੜ੍ਹ ਲਈਏ। ਵੱਡੇ ਭਾਗਾਂ ਨਾਲ ਪ੍ਰਾਪਤ ਹੋਵੇ ਸਤ ਸੰਗ ਸਾਧੂਆਂ ਦਾ। ਭਾਗਾਂ ਨਾਲ ਪ੍ਰਾਪਤ ਹੋਵੇ ਸਤ ਸੰਗ ਸਾਧੂਆਂ ਦਾ। ਉਹ ਵੱਡੇ ਭਾਗਾਂ ਨਾਲ ਪ੍ਰਾਪਤ ਹੋਵੇ ਸਤ ਸੰਗ ਸਾਧੂਆਂ ਦਾ। ਵੱਡੇ ਭਾਗਾਂ ਨਾਲ ਪ੍ਰਾਪਤ ਹੋਵੇ ਸਤ ਸੰਗ ਸਾਧੂਆਂ ਦਾ। ਨਾ ਪ੍ਰਾਪਤ ਹੋਵੇ ਸਤ ਸੰਗ ਸਾਧੂਆਂ ਦਾ। ਵੱਡੇ ਭਾਗਾਂ ਨਾ ਪ੍ਰਾਪਤ ਹੋਵੇ ਸਤ ਸੰਗ ਸਾਧੂਆਂ ਦਾ। ਉਹ ਵੱਡੇ ਭਾਗਾਂ ਨਾਲ ਪ੍ਰਾਪਤ ਹੋਵੇ ਸਤ ਸੰਗ ਸਾਧੂਆਂ ਦਾ। ਵੱਡੇ ਕਰਮਾਂ ਨਾਲ ਪ੍ਰਾਪਤ ਹੋਵੇ ਸਤ ਸੰਗ ਸਾਧੂਆਂ ਦਾ। ਨਾ ਪ੍ਰਾਪਤ ਹੋਵੇ ਸਤ ਸੰਗ ਸਾਧੂਆਂ ਦਾ। ਵੱਡੇ ਭਾਗਾਂ ਨਾਲ ਪ੍ਰਾਪਤ ਹੋਵੇ ਸਤ ਸੰਗ ਸਾਧੂਆਂ ਦਾ। ਭਾਗਾਂ ਨਾ ਪ੍ਰਾਪਤ ਹੋਵੇ ਸਤ ਸੰਗ ਸਾਧੂਆਂ ਦਾ। ਵੱਡੇ ਕਰਮਾਂ ਨਾ ਪ੍ਰਾਪਤ ਹੋਵੇ ਸਤ ਸੰਗ ਸਾਧੂਆਂ ਦਾ। ਪਿਆਰੇ ਜੀ 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 ਸਤ ਸੰਗ ਸਾਧੂਆਂ ਦਾ। ਸਤ ਸੰਗ ਸਾਧੂਆਂ ਦਾ। ਪਿਆਰੇ ਜੀ ਸਤ ਸੰਗ ਸਾਧੂਆਂ ਦਾ। ਵੱਡੇ ਕਰਮਾਂ ਨਾਲ ਪ੍ਰਾਪਤ ਹੋਵੇ ਸਤ ਸੰਗ ਸਾਧੂਆਂ ਦਾ। ਜੀ ਵੱਡੇ ਕਰਮਾਂ ਨਾਲ ਪ੍ਰਾਪਤ ਹੋਵੇ ਸਤ ਸੰਗ ਸਾਧੂਆਂ ਦਾ। ਉਹ ਵੱਡੇ ਕਰਮਾਂ ਨਾਲ ਪ੍ਰਾਪਤ
ਪ੍ਰਾਪਤ ਹੋਵੇ। ਸਤ ਸੰਗ ਸਾਧੂਆਂ ਦਾ ਵੱਡੇ ਕਰਮਾਂ ਨਾ ਪ੍ਰਾਪਤ ਹੋਵੇ। ਸਤ ਸੰਗ ਸਾਧੂਆਂ ਦਾ ਨਾ ਪ੍ਰਾਪਤ ਹੋਵੇ। ਸਤ ਸੰਗ ਸਾਧੂਆਂ ਦਾ ਵੱਡੇ ਪਾਪਾਂ ਨਾ ਪ੍ਰਾਪਤ ਹੋਵੇ। ਸਤ ਸੰਗ ਸਾਧੂਆਂ ਦਾ ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਬ੍ਰਹਮ ਚੋਟਾਂ ਖਾਵੈ। ਵੱਡੇ ਕਰਮਾਂ ਦੇ ਨਾਲ ਗੁਰਮੁਖ ਪਿਆਰਿਓ ਸਤ ਸੰਗਤ ਦੀ ਪ੍ਰਾਪਤੀ ਹੋਇਆ ਕਰਦੀ ਆ। ਸਾਡੇ ਸਾਰਿਆਂ ਦੇ ਵੱਡੇ ਭਾਗ ਨੇ, ਉੱਤਮ ਕਰਮ ਨੇ, ਜੋ ਅਸੀਂ ਗੁਰੂ ਚਰਨਾਂ ਦੇ ਵਿੱਚ ਬੈਠ ਕਰਕੇ ਗੁਰਬਾਣੀ ਦੀਆਂ ਵਿਚਾਰਾਂ, ਗੁਰ ਧਿਆਨ ਦੀਆਂ ਵਿਚਾਰਾਂ ਸਰਵਣ ਕਰਦੇ ਆ। ਆਓ ਆਪੋ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਗੋਕਲ ਦੀ ਧਰਤੀ ਤੇ ਲੈ ਚਲੀਏ, ਜਿੱਥੇ ਕਿ ਕ੍ਰਿਸ਼ਨ ਭਗਵਾਨ ਜੀ ਬਾਲ ਸਖਾਈ ਮਿੱਤਰ ਸੁਦਾਮਾ, ਕ੍ਰਿਸ਼ਨ ਭਗਵਾਨ ਤੇ ਸੁਦਾਮਾ ਇਹ ਬਚਪਨ ਦੇ ਬਾਲ ਸਖਾਈ ਮਿੱਤਰ ਨੇ। ਆਪਸ ਦੇ ਵਿੱਚ ਪਿਆਰ ਬੜਾ ਹੈ, ਆਪਸ ਦੇ ਵਿੱਚ ਇਤਫਾਕ ਬੜਾ ਹੈ, ਪਰ ਕਿਹੜੇ ਕਾਰਨਾਂ ਕਰਕੇ ਵਿਛੜੇ ਆਪਸ ਦੇ ਵਿੱਚ। ਆਓ ਆਪਾਂ ਸਾਰੇ ਰਲ ਮਿਲ ਕੇ ਸਰਵਣ ਕਰੀਏ। ਕਿਹੜੇ ਕਿਹੜੇ ਕਾਰਨਾਂ ਕਰਕੇ ਆਪਸ ਦੇ ਵਿੱਚ ਵਿਛੜੇ ਆ। ਇਹ ਗੁਰਮੁਖ ਪਿਆਰਿਓ ਗੋਕਲ ਦੀ ਗੱਲ ਹੈ। ਕ੍ਰਿਸ਼ਨ ਭਗਵਾਨ ਤੇ ਸੁਦਾਮਾ ਬਾਲ ਸਖਾਈ ਮਿੱਤਰ ਨੇ, ਬੜਾ ਪਿਆਰਾ। ਇਕੱਠੇ ਰਹਿੰਦੇ ਨੇ, ਜਿੱਧਰ ਨੂੰ ਜਾਂਦੇ ਨੇ ਉਧਰ ਨੂੰ ਇਕੱਠੇ ਜਾਂਦੇ ਨੇ। ਕੁਝ ਖਾਂਦੇ ਪੀਂਦੇ ਨੇ ਤਾਂ ਵੀ ਕੁਝ ਇਕੱਠੇ ਹੀ ਖਾਂਦੇ ਆ। ਇੱਕ ਦਿਨ ਅਧਿਆਪਕਾਂ ਨੇ ਲੱਕੜਾਂ ਲੈਣ ਵਾਸਤੇ ਜੰਗਲ ਦੇ ਵਿੱਚ ਭੇਜ ਦਿੱਤਾ। ਹੋਰ ਵੀ ਨਾਲ ਚਲੇ ਗਏ ਲੱਕੜਾਂ ਲੈਣ। ਕ੍ਰਿਸ਼ਨ ਸੁਦਾਮਾ ਤੇ ਕ੍ਰਿਸ਼ਨ ਭਗਵਾਨ ਤੇ ਸੁਦਾਮਾ ਇਕੱਠੇ ਹੀ ਦੋਵੇਂ ਚਲੇ ਗਏ। ਅਚਨ ਚੇਤ ਗੁਰਮੁਖ ਪਿਆਰਿਓ ਬਾਰਿਸ਼ ਹੋਣੀ ਸ਼ੁਰੂ ਹੋ ਗਈ। ਬਾਰਿਸ਼ ਤੋਂ ਬਚਣ ਦੇ ਮਾਰੇ ਇੱਕ ਦਰਖਤ ਦੇ ਥੱਲੇ ਇਹ ਦੋਵੇਂ ਜਣੇ ਬੈਠ ਗਏ ਨੇ। ਦੋਵੇਂ ਜਣੇ ਬੈਠੇ। ਇਹ ਜਿਹੜਾ ਸੁਦਾਮਾ ਸੀ ਘਰੋਂ ਗਰੀਬ ਸੀ, ਅੰਤਾਂ ਦੀ ਗਰੀਬੀ। ਤਾਂ ਗੁਰਮੁਖ ਪਿਆਰਿਓ ਘਰੋਂ ਸੁਦਾਮੇ ਦੀ ਮਾਤਾ ਭੁੱਜੇ ਹੋਏ ਛੋਲੇ ਇਹਨੂੰ ਦੇ ਕੇ ਭੇਜ ਦਿੰਦੀ ਸੀ, ਲੈ ਪੁੱਤਰ ਜੇ ਭੁੱਖ ਲੱਗੇਗੀ ਤਾਂ ਆ ਚੱਬ ਲੈਣਾ। ਤਾਂ ਗੁਰਮੁਖ ਪਿਆਰਿਓ ਹੁਣ ਕ੍ਰਿਸ਼ਨ ਭਗਵਾਨ ਤੇ ਸੁਦਾਮਾ ਇੱਕ ਦਰਖਤ ਦੇ ਥੱਲੇ ਮੀਂਹ ਤੋਂ ਬਚਣ ਦੇ ਮਾਰੇ ਦੋਵੇਂ ਖੜੇ ਨੇ। ਹੁਣ ਗੁਰਮੁਖ ਪਿਆਰਿਓ ਵਾਰਿਸ ਬੜੀ ਪੈਰੀ ਆ। ਸੰਘਣਾ ਦਰਖਤ ਸੀ, ਥੋੜਾ ਬਹੁਤਾ ਬਚਾਓ ਹੋ ਰਿਹਾ ਸੀ। ਅੱਜ ਅਚਨਚੇਤ ਹੀ ਕੀ ਹੋਇਆ, ਸੁਦਾਮੇ ਨੇ ਕੀ ਕੀਤਾ, ਆਪਣੇ ਖੀਸੇ ਦੇ ਵਿੱਚੋਂ ਛੋਲੇ ਕੱਢੇ ਤੇ ਫੱਕਾ ਮਾਰਿਆ, ਚੱਬਣ ਲੱਗ ਪਿਆ। ਜਦੋਂ ਚੱਬਦਾ ਤੇ ਆਵਾਜ਼ ਆ ਰਹੀ ਆ, ਕੁਝ ਖਾ ਰਿਹਾ, ਛੋਲੇ ਕਿਹੜੇ ਸੀ। ਕ੍ਰਿਸ਼ਨ ਭਗਵਾਨ ਨੇ ਪੁੱਛਣਾ ਕੀਤਾ, ਕਹਿੰਦੇ ਮਿੱਤਰਾ ਕੀ ਖਾ ਰਿਹਾ। ਇੱਥੇ ਕ੍ਰਿਸ਼ਨ ਭਗਵਾਨ ਦੇ ਕੋਲ ਝੂਠ ਬੋਲਿਆ, ਕਹਿੰਦੇ ਭਗਵਾਨ ਜੀ ਕੁਝ ਨਹੀਂ ਖਾ ਰਹੇ, ਬਸ ਐਵੇਂ ਠੰਡ ਕਰਕੇ ਦੰਦ ਖੜਖੜਕਾ ਰਹੇ ਨੇ,
ਠੰਡ ਕਰਕੇ ਦੰਦ ਖੜਖੜਾ ਰਹੇ ਨੇ, ਹੋਰ ਖਾ ਕੁਝ ਨਹੀਂ ਰਿਹਾ। ਕ੍ਰਿਸ਼ਨ ਭਗਵਾਨ ਜੀ ਚੁੱਪ ਕਰ ਗਏ ਆ। ਦੂਸਰੀ ਵਾਰ ਫੇਰ ਇਸੇ ਤਰ੍ਹਾਂ ਕੀਤਾ, ਅੱਖ ਜੀ ਬਚਾ ਕੇ ਫੇਰ ਫੱਕਾ ਮਾਰਿਆ, ਫੇਰ ਚੱਬਣ ਲੱਗਿਆ, ਫੇਰ ਆਵਾਜ਼ ਆਉਣ ਲੱਗੀ। ਦੂਸਰੀ ਵਾਰ ਫੇਰ ਕ੍ਰਿਸ਼ਨ ਭਗਵਾਨ ਨੇ ਪੁੱਛਿਆ, ਕਹਿੰਦੇ ਸੁਦਾਮਿਆ ਕੀ ਖਾਂਦਾ? ਕਹਿੰਦੇ ਭਗਵਾਨ ਜੀ ਕੁਛ ਨਹੀਂ, ਇਹ ਤਾਂ ਬਸ ਐਵੇਂ ਠੰਡ ਕਰਕੇ ਦੰਦ ਖੜਖੜਕਾਉਂਦੇ ਨੇ। ਕ੍ਰਿਸ਼ਨ ਭਗਵਾਨ ਜੀ ਫੇਰ ਚੁੱਪ ਕਰ ਗਏ। ਤੀਸਰੀ ਵਾਰ ਫੇਰ ਅੱਖ ਜੀ ਬਚਾ ਕੇ ਫੇਰ ਫੱਕਾ ਮਾਰਿਆ, ਫੇਰ ਚੱਬਰਿਆ। ਫੇਰ ਤੀਸਰੀ ਵਾਰ ਗੁਰਮੁਖ ਪਿਆਰੇ ਪੁੱਛਣਾ ਕੀਤਾ, ਕਹਿੰਦੇ ਸੁਦਾਮਿਆ ਕੱਲਾ ਕੱਲਾ ਖਾਈ ਜਾਂਦਾ, ਕੀ ਖਾਂਦਾ ਤੇ ਮੈਨੂੰ ਵੀ ਦੇ। ਕਹਿੰਦੇ ਨਹੀਂ ਭਗਵਾਨ ਜੀ ਤੁਹਾਨੂੰ ਐਵੇਂ ਵਹਿਮ ਆ, ਕੁਝ ਨਹੀਂ ਖਾਂਦਾ। ਫਿਰ ਸਤਿਗੁਰੂ ਦੀ ਬਾਣੀ ਕਹਿੰਦੀ ਆ, ਸਾਧੂ ਬੋਲੇ ਸਹਿ ਸੁਭਾਏ 16 ਕਲਾ ਸੰਪੂਰਨ ਕ੍ਰਿਸ਼ਨ ਭਗਵਾਨ ਅੰਤਰਜਾਮਤਾ ਰੱਖਦੇ ਸੀ। ਬਚਨ ਹੋ ਗਿਆ ਸਹਿ ਸੁਭਾਏ। ਕਹਿੰਦੇ ਜਾ ਓਏ ਦਲਿਦਰੀਆ, ਅੱਜ ਛੋਲਿਆਂ ਪਿੱਛੇ ਝੂਠ ਬੋਲੇ, ਆਖੋ ਸਤਨਾਮ ਵਾਹਿਗੁਰੂ ਜੀ। ਕਹਿੰਦੇ ਜਾ ਓਏ ਦਲਿਦਰੀਆ, ਬਚਨ ਹੋ ਗਿਆ। ਸੱਚਮੁੱਚ ਹੀ ਬਚਨ ਪੂਰਾ ਹੁੰਦਾ ਗਿਆ, ਸਮਾਂ ਲੰਘਦਾ ਗਿਆ। ਗੁਰਮੁਖ ਪਿਆਰਿਓ, ਇਹ ਬਚਨ ਨੇ ਜਿਹੜੇ ਬੜੇ ਲੰਮੇ ਕਾਟ ਕਰ ਜਾਂਦੇ ਨੇ। ਤਾਂ ਗੁਰਮੁਖ ਪਿਆਰਿਓ, ਨੌਜਵਾਨ ਹੋਏ, ਵੱਡੇ ਹੋਏ, ਅੰਤਾਂ ਦੀ ਗਰੀਬੀ ਆ। ਸੁਦਾਮੇ ਦੇ ਘਰ ਪਹਿਲੀ ਗਰੀਬੀ ਸੀ ਤੇ ਬਚਨ ਹੋ ਗਿਆ, ਹੋਰ ਗਰੀਬੀ ਆ ਗਈ ਆ। ਇੰਨੀ ਮਾੜੀ ਹਾਲਤ ਹੋ ਗਈ, ਇੱਕ ਸਮੇਂ ਦਾ ਪ੍ਰਸਾਦਾ ਛਕ ਲੈਂਦੇ ਨੇ ਤੇ ਦੂਸਰੇ ਸਮੇਂ ਦੀ ਬਿਪਤਾ ਪੈ ਜਾਂਦੀ। ਆਖੋ ਸਤਨਾਮ ਵਾਹਿਗੁਰੂ ਜੀ। ਵੀ ਹੁਣ ਕਿੱਥੋਂ ਸਕੀਏ? ਇੱਕ ਸਮੇਂ ਦੀ ਬਿਪਤਾ, ਇੱਕ ਸਮੇਂ ਦਾ ਛਕ ਲੈਂਦੇ ਨੇ ਤੇ ਦੂਸਰੇ ਸਮੇਂ ਦੀ ਬਿਪਤਾ ਪੈ ਜਾਂਦੀ ਆ। ਸਮਾਂ ਲੰਘਦਾ ਗਿਆ, ਹਾਲਾਤ ਵਿਗੜਦੇ ਗਏ, ਇੱਥੋਂ ਤੱਕ ਕਿ ਸੁਦਾਮੇ ਦਾ ਵਿਆਹ ਹੋ ਗਿਆ। ਸੁਦਾਮੇ ਦਾ ਵਿਆਹ ਹੋਇਆ, ਹੋਰ ਹਾਲਾਤ ਮਾੜੇ ਬਣ ਗਏ। ਪਹਿਲਾਂ ਇਕੱਲਾ ਸੀ, ਹੁਣ ਪਰਿਵਾਰ ਵੱਧ ਗਿਆ। ਹੁਣ ਕਦੇ ਕਦੇ ਨਾ ਆਪਣੇ ਘਰ ਵਾਲੀ ਨੂੰ ਕਹਿੰਦਾ ਹੁੰਦਾ, ਭਾਗਵਾਨੇ ਮੇਰਾ ਮਿੱਤਰ ਕ੍ਰਿਸ਼ਨ ਭਗਵਾਨ ਦਵਾਰਕਾ ਦੇ ਰਾਜੇ ਬਣ ਗਏ ਆ। ਉਹ ਦਵਾਰਕਾ ਰਹਿੰਦੇ ਨੇ, ਆਪਣੇ ਘਰ ਵਾਲੀ ਨੂੰ ਦੱਸਦਾ ਹੈ। ਸੁਦਾਮੇ ਦੇ ਘਰ ਵਾਲੀ ਕਹਿਣ ਲੱਗੀ, ਜੇ ਤੁਹਾਡਾ ਮਿੱਤਰ ਦਵਾਰਕਾ ਦਾ ਰਾਜਾ ਹੈ ਆ, ਫਿਰ ਤੁਸੀਂ ਹਾਲਤ ਕੈਸੀ ਬਣਾਈ ਆ? ਉਹਨਾਂ ਦੇ ਕੋਲ ਜਾਵੋ ਤੇ ਉਹ ਤੁਹਾਡੀ ਗਰੀਬੀ ਦੂਰ ਕਰ ਦੇਣਗੇ। ਆਖੋ ਸਤਨਾਮ ਵਾਹਿਗੁਰੂ ਜੀ। ਉਹਨਾਂ ਦੇ ਕੋਲ ਜਾਓ ਤੇ ਤੁਹਾਡੀ ਗਰੀਬੀ ਦੂਰ ਕਰ ਦੇਣਗੇ। ਰੋਜ਼ ਕਹੀ ਜਾਂਦਾ ਹੈ। ਕਹਿੰਦੀ ਤੁਸੀਂ ਰੋਜ਼ ਕਹਿੰਦੇ ਹੋ। ਸੁਦਾਮੇ ਦੇ ਘਰ ਵਾਲੀ ਕੀ ਕਹਿੰਦੀ ਹੈ? ਸੁਦਾਮੇ ਨੂੰ ਕੀ ਕਹਿੰਦੀ ਹੈ? ਆਓ ਸੁਣੋ ਜਰਾ, ਗੱਜ ਵੱਜ ਕੇ ਸ਼ਬਦ ਵਿੱਚ ਬੋਲੋ, ਰਸਨਾ ਨੂੰ ਕਰਿਓ ਪਵਿੱਤਰ। ਤੇਰਾ ਜਾਰ ਜੇ ਦਵਾਰਕਾ ਦਾ ਰਾਜਾ। ਸੁਦਾਮੇ ਦੇ ਘਰ ਵਾਲੀ ਕਹਿੰਦੀ, ਜੇ ਤੇਰਾ ਯਾਰ, ਤੇਰਾ ਮਿੱਤਰ ਦਵਾਰਕਾ ਦਾ ਰਾਜਾ ਹੈ, ਤੇਰਾ ਯਾਰ ਜੇ ਦਵਾਰਕਾ ਦਾ ਰਾਜਾ, ਤੂੰ ਕਿਉਂ ਫਿਰੇ ਮੰਗਦਾ? ਯਾਰ ਜੇ ਦਵਾਰਕਾ ਦਾ ਰਾਜਾ, ਤੂੰ ਕਿਉਂ ਫਿਰੇ ਮੰਗਦਾ? ਤੇਰਾ ਯਾਰ ਜੇ ਦਵਾਰਕਾ ਦਾ ਰਾਜਾ, ਤੂੰ ਕਿਉਂ ਫਿਰੇ ਮੰਗਦਾ? ਤੇਰਾ ਯਾਰ ਜੇ ਦਵਾਰਕਾ ਦਾ ਰਾਜਾ,
ਤੂੰ ਕਿਉਂ ਫਿਰੇ ਮੰਗਦਾ ਤੇਰਾ ਯਾਰ ਜੇ ਦਵਾਰਕਾ ਦਾ ਰਾਜਾ ਤੂੰ ਕਿਉਂ ਫਿਰੇ ਮੰਗਦਾ ਤੇਰਾ ਯਾਰ ਜੇ ਦਵਾਰਕਾ ਦਾ ਰਾਜਾ ਤੂੰ ਕਿਉਂ ਫਿਰੇ ਮੰਗਦਾ ਤੇਰਾ ਯਾਰ ਜੇ ਦਵਾਰਕਾ ਦਾ ਰਾਜਾ ਤੂੰ ਕਿਉਂ ਫਿਰੇ ਮੰਗਦਾ ਓ ਤੇਰਾ ਯਾਰ ਜੇ ਦਵਾਰਕਾ ਦਾ ਰਾਜਾ ਤੂੰ ਕਿਉਂ ਫੇਰੇ ਮੰਗਦਾ ਤੇਰਾ ਯਾਰ ਜੇ ਦੁਆਰਕਾ ਦਾ ਰਾਜਾ ਤੂੰ ਕਿਉਂ ਫੇਰੇ ਮੰਗਦਾ ਯਾਰ ਜੇ ਦਵਾਰਕਾ ਦਾ ਰਾਜਾ ਤੂੰ ਕਿਉਂ ਫਿਰੇ ਮੰਗਦਾ ਤੇਰਾ ਯਾਰ ਜੇ ਦਵਾਰਕਾ ਦਾ ਰਾਜਾ ਤੂੰ ਕਿਉਂ ਫਿਰੇ ਮੰਗਦਾ ਪਿਆਰੇ ਜੀ ਤੂੰ ਕਿਉਂ ਫਿਰੇ ਮੰਗਦਾ ਪਿਆਰੇ ਜੀ ਤੂੰ ਕਿਉਂ ਫਿਰੇ ਮੰਗਦਾ ਓ ਪਿਆਰੇ ਜੀ ਤੂੰ ਕਿਉਂ ਫੇਰੇ ਮੰਗਦਾ ਪਿਆਰੇ ਜੀ ਤੂੰ ਕਿਉਂ ਫੇਰੇ ਮੰਗਦਾ ਤੂੰ ਕਿਉਂ ਫਿਰੇ ਮੰਗਦਾ ਪਿਆਰੇ ਜੀ 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 ਤੂੰ ਕਿਉਂ ਫਿਰੇ ਮੰਗਦਾ ਪਿਆਰੇ ਤੂੰ ਕਿਉਂ ਫਿਰੇ ਮੰਗਦਾ ਪਿਆਰੇ ਜੀ ਤੂੰ ਕਿਉਂ ਫਿਰੇ ਮੰਗਦਾ ਤੇਰਾ ਯਾਰ ਜੇ ਦਵਾਰਕਾ ਦਾ ਰਾਜਾ ਜੀ ਤੂੰ ਕਿਉਂ ਫਿਰੇ ਮੰਗਦਾ ਤੇਰਾ ਯਾਰ ਜੇ ਦਵਾਰਕਾ ਦਾ ਰਾਜਾ ਜੀ ਤੂੰ ਕਿਉਂ ਫਿਰੇ ਮੰਗਦਾ ਤੇਰਾ ਯਾਰ ਜੇ ਦਵਾਰਕਾ ਦਾ ਰਾਜਾ ਜੀ ਤੂੰ ਕਿਉਂ ਫੇਰੇ ਮੰਗਦਾ ਤੇਰਾ ਯਾਰ ਜੇ ਦਵਾਰਕਾ ਦਾ ਰਾਜਾ ਜੀ ਤੂੰ ਕਿਉਂ ਫੇਰੇ ਮੰਗਦਾ ਯਾਰ ਜੇ ਦਵਾਰਕਾ ਦਾ ਰਾਜਾ ਜੀ ਤੂੰ ਕਿਉਂ ਫਿਰੇ ਮੰਗਦਾ ਵਾਹ ਵਾਹ ਤੇਰਾ ਯਾਰ ਜੇ ਦਵਾਰਕਾ ਦਾ ਰਾਜਾ ਜੀ ਤੂੰ ਕਿਉਂ ਫਿਰੇ ਮੰਗਦਾ ਸਦਾਮੇ ਦੇ ਘਰ ਵਾਲੀ ਕਹਿੰਦੀ ਤੁਹਾਡਾ ਮਿੱਤਰ ਯਾਰ ਦਵਾਰਕਾ ਦਾ ਰਾਜਾ ਹੋਵੇ ਤੁਸੀਂ ਕਿਉਂ ਮੰਗਦੇ ਫਿਰਦੇ ਹੋ ਉਹਨਾਂ ਦੇ ਕੋਲ ਜਾਓ ਤੇ ਜਾ ਕੇ ਬੇਨਤੀ ਕਰੋ ਹੁਣ ਸੋਚਦਾ ਕਹਿੰਦਾ ਭਾਗਬਾਨੇ ਬਾਲ ਸਖਾਈ ਮਿੱਤਰ ਸੀ ਬਚਪਨ ਦੇ ਕੀ ਪਤਾ ਪਛਾਣਨਗੇ ਜਾਂ ਨਾ ਪਛਾਣਨਗੇ ਮੈਨੂੰ ਉਹ ਪਛਾਣਨ ਜਾਂ ਨਾ ਪਛਾਣਨ ਕੀ ਪਤਾ ਉਹ ਦਵਾਰਕਾ ਦੇ ਰਾਜੇ ਨੇ ਤੇ ਨਾਲੇ ਉਹਨਾਂ ਦੇ ਕੋਲ ਜਾਵਾਂਗੇ ਕੀ ਲੈ ਕੇ ਜਾਵਾਂਗੇ ਕਹਿੰਦੇ ਸਾਧੂਆਂ ਦੇ ਕੋਲ ਜਾਣਾ ਹੋਏ ਨਾ ਕੁਝ ਸਰਦਾ ਰੂਪੀ ਭੇਟਾ ਕੁਝ ਨਾ ਕੁਝ ਲੈ ਕੇ ਜਾਣਾ ਚਾਹੀਦਾ ਖਾਲੀ ਹੱਥ ਨਹੀਂ ਜਾਂਦਾ ਤਾਂ ਗੁਰਮੁਖ ਪਿਆਰਿਓ ਹੁਣ ਸੁਦਾਮਾ ਸੋਚਦਾ ਵੀ ਕੀ ਲੈ ਕੇ ਜਾਈਏ ਜੇ ਜਾਈਏ ਪਹਿਲਾਂ ਤਾਂ ਇਹ ਸੋਚਦਾ ਵੀ ਉਹ ਪਛਾਣਨਗੇ ਕਿ ਨਹੀਂ ਪਛਾਣਨਗੇ ਫਿਰ ਇਹ ਸੋਚਦਾ ਵੀ ਅੰਤਾਂ ਦੀ ਗਰੀਬੀ ਆ ਘਰ ਦੇ ਵਿੱਚ ਲੈ ਕੇ ਕੀ ਜਾਵਾਂਗਾ ਸੁਦਾਮੇ ਦੇ ਘਰ ਵਾਲੀ ਨੇ ਕਿਹਾ ਕਹਿੰਦੀ ਪਤੀ ਦੇਵ ਆਪਣੇ ਘਰੇ ਚੌਲਾਂ ਦੀ ਕਿਣਕੀ ਪਈ ਆ
ਮਾਈਆਂ ਬੀਬੀਆਂ ਸਮਝਦੀਆਂ ਹੋਣਗੀਆਂ ਵੀ ਚੌਲਾਂ ਦੀ ਕਿਣਕੀ ਕਿਹਨੂੰ ਕਹਿੰਦੇ ਨੇ। ਜਦੋਂ ਆਪਾਂ ਚੌਲ ਸੰਡਦੇ ਆਂ ਬਰੀਕ ਬਰੀਕ ਨਿਕਲਦੇ ਨਾ ਕਿਣਕੀ ਜੀ, ਕਹਿੰਦੇ ਆਪਣੇ ਘਰੇ ਚੌਲਾਂ ਦੀ ਕਿਣਕੀ ਪਈ ਆ, ਉਹ ਲੈ ਜਾਓ। ਸੁਦਾਮੇ ਦੀ ਸਾਫੀ ਦੇ ਲੜ ਚੌਲਾਂ ਦੀ ਕਿਣਕੀ ਬੰਨ੍ਹ ਦਿੱਤੀ। ਹੁਣ ਟੁੱਟੀ ਹੋਈ ਜੁੱਤੀ ਆ, ਪਾਟੇ ਹੋਏ ਬਸਤਰ ਨੇ, ਚੌਲ ਨੇ ਮੋਢੇ ਦੇ ਉੱਤੇ ਰੱਖੇ ਹੋਏ ਨੇ, ਸਾਫੀ ਦੇ ਲੜ ਬੰਨੇ ਹੋਏ ਨੇ। ਤੁਰਿਆ ਜਾਂਦਾ ਸੋਚਦਾ, ਮਨ ਵਿੱਚ ਗਿੱਟੀਆਂ ਜੇ ਗਿਣਦੇ ਜਾਂਦਾ। ਉਹ ਮਨਾ ਬਾਲ ਸਖਾਈ ਮਿੱਤਰ ਸੀ, ਕੀ ਪਤਾ ਹੁਣ ਉਹ ਆਪਾਂ ਨੂੰ ਪਛਾਣਨਗੇ ਕਿ ਨਾ ਪਛਾਣਨਗੇ। ਜਾਵਾਂਗੇ ਉਹਨਾਂ ਦੇ ਕੋਲ, ਬਚਪਨ ਦੇ ਮਿੱਤਰ ਸਾਂ। ਸੋਚਦਾ ਜਾਂਦਾ, ਚੱਲਿਆ ਹੌਲੀ ਹੌਲੀ ਚਲਿਆ ਜਾ ਰਿਹਾ, ਗੱਟੀਆਂ ਜੇ ਗਿਣਦਾ ਜਾਂਦਾ ਮਨ ਦੇ ਵਿੱਚ। ਤਾਂ ਗੁਰਮੁਖ ਪਿਆਰਿਓ ਗੋਕਲ ਤੋਂ ਚੱਲ ਕੇ ਦਵਾਰਕਾ ਪਹੁੰਚ ਗਏ। ਆਖੋ ਸਤਨਾਮ ਵਾਹਿਗੁਰੂ ਜੀ। ਹੁਣ ਕ੍ਰਿਸ਼ਨ ਭਗਵਾਨ ਜੀ ਮਹਿਲ ਦੇ ਅੰਦਰ ਬਾਹਰ ਪਹਿਰੇਦਾਰ ਲੱਗੇ ਹੋਏ ਨੇ, ਰਾਜੇ ਮਹਾਰਾਜੇ ਬੈਠੇ ਰਹਿੰਦੇ ਨੇ, ਉਹਨਾਂ ਨੂੰ ਵੀ ਛੇਤੀ ਮਿਲਦੇ ਨਹੀਂ ਭਗਵਾਨ ਜੀ। ਇਹ ਸੁਦਾਮਾ ਜਦੋਂ ਮੇਨ ਗੇਟ ਤੇ ਗਿਆ, ਪਹਿਰੇਦਾਰਾਂ ਕੋਲ ਗਿਆ, ਪਹਿਰੇਦਾਰਾਂ ਨੂੰ ਕਹਿਣ ਲੱਗਾ ਜੀ, ਕਹਿੰਦਾ ਮੇਰਾ ਨਾਮ ਸੁਦਾਮਾ ਹੈ। ਕਹਿੰਦੇ ਦੱਸ ਫਿਰ ਅਸੀਂ ਕੀ ਕਰੀਏ ਤੇਰੇ ਨਾਮ ਨੂੰ। ਕਹਿੰਦੇ ਜੀ ਮੈਂ ਕ੍ਰਿਸ਼ਨ ਭਗਵਾਨ ਦਾ ਮਿੱਤਰ ਹਾਂ, ਮੈਂ ਕ੍ਰਿਸ਼ਨ ਭਗਵਾਨ ਦਾ ਮਿੱਤਰ ਹਾਂ। ਉਹ ਖਿੜਖੜਾ ਕੇ ਹੱਸਣ ਲੱਗ ਪਿਆ। ਆਖੋ ਸਤਨਾਮ ਵਾਹਿਗੁਰੂ ਜੀ। ਕਹਿੰਦੇ ਤੇਰੇ ਵਰਗੇ ਮਿੱਤਰ, ਉਹ ਤੇਰੀ ਜੁੱਤੀ ਦੇਖ, ਤੇਰੇ ਵਸਤਰ ਦੇਖ ਪਾਟਿਓ, ਤੂੰ ਆਪਣੀ ਹਾਲਤ ਤਾਂ ਦੇਖ, ਤੇਰੀ ਭਿਖਾਰੀਆਂ ਵਾਲੀ ਹਾਲਤ ਆ। ਤੂੰ ਆਪਣੇ ਆਪ ਨੂੰ ਕ੍ਰਿਸ਼ਨ ਭਗਵਾਨ ਦਾ ਮਿੱਤਰ ਦੱਸਦਾ। ਕਹਿੰਦਾ ਮੈਂ ਬਾਲ ਸਖਾਈ ਮਿੱਤਰਾ। ਤਾੜੀ ਮਾਰ ਕੇ ਹੱਸਦੇ ਨੇ। ਕਹਿੰਦੇ ਕਦੇ ਕਿਸੇ ਦੀ ਗਰੀਬੀ ਤੇ ਮਜ਼ਾਕ ਨਾ ਉਡਾਈਏ, ਕਦੇ ਹੱਸਣਾ ਨਹੀਂ ਚਾਹੀਦਾ ਕਿਸੇ ਦੀ ਗਰੀਬੀ ਤੇ, ਕਿਸੇ ਦੀ ਗਰੀਬੀ ਤੇ ਹੱਸਣਾ ਨਹੀਂ ਚਾਹੀਦਾ। ਤਾਂ ਗੁਰਮੁਖ ਪਿਆਰਿਓ ਹੱਸਦੇ ਨੇ, ਮਖੌਲ ਕਰਦੇ ਨੇ। ਉਹ ਕਹਿੰਦਾ ਵੀ ਇੱਕ ਵਾਰੀ ਤੁਸੀਂ ਜਾ ਕੇ ਮੇਰੀ ਬੇਨਤੀ ਕਰ ਦਿਓ, ਅੱਗੇ ਭਗਵਾਨ ਦੀ ਮਰਜ਼ੀ ਹੈ, ਮਿਲਣਾ ਨਾ ਮਿਲਣਾ, ਇੱਕ ਵਾਰੀ ਜਾ ਕੇ ਬੇਨਤੀ ਕਰ ਦਿਓ। ਉਹ ਕਹਿੰਦੇ ਵੀ ਕੀ ਕਹੀਏ, ਦੱਸ ਜਾ ਕੇ ਭਗਵਾਨ ਨੂੰ ਕੀ ਕਹੀਏ। ਕਹਿੰਦੇ ਇਹ ਕਹਿ ਦਿਓ ਵੀ ਦਵਾਰਕਾ ਤੋਂ ਵਾਹਿਗੁਰੂ ਗੋਕਲ ਤੋਂ ਸੁਦਾਮਾ ਆਇਆ ਮਿਲਣ ਵਾਸਤੇ। ਇਹ ਕਹਿ ਦਿਓ ਗੋਕਲ ਤੋਂ ਸੁਦਾਮਾ ਮਿਲਣ ਵਾਸਤੇ ਆਇਆ, ਇਹ ਮੇਰਾ ਸੁਨੇਹਾ ਲਾ ਦਿਓ। ਬਾਕੀ ਮਿਲਣਾ ਨਾ ਮਿਲਣਾ ਇਹ ਭਗਵਾਨ ਦੀ ਮਰਜ਼ੀ ਆ, ਪਰ ਸੁਨੇਹਾ ਲਾ ਦਿਓ। ਉਹ ਕਹਿੰਦੇ ਚਲੋ ਸਾਡਾ ਕੀ ਆ ਸੁਨੇਹੀ ਲਾਣਾ। ਸੁਦਾਮਾ ਪਹਿਰੇਦਾਰਾਂ ਨੂੰ ਕਹਿ ਰਿਹਾ, ਕਹਿੰਦਾ ਜਾ ਕੇ ਕਹਿ ਦਿਓ ਭਗਵਾਨ ਨੂੰ, ਜਾ ਕੇ ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ, ਤੈਨੂੰ ਮਿਲਣ ਸੁਦਾਮਾ ਆਇਆ। ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ, ਤੈਨੂੰ ਮਿਲਣ ਸੁਦਾਮਾ ਆਇਆ। ਕ੍ਰਿਸ਼ਨ ਮੁਰਾਰੀ ਨੂੰ, ਤੈਨੂੰ ਮਿਲਣ ਸੁਦਾਮਾ ਆਇਆ। ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ, ਤੈਨੂੰ ਮਿਲਣ ਸੁਦਾਮਾ ਆਇਆ। ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ, ਸੁਦਾਮਾ ਆਇਆ। ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ, ਤੈਨੂੰ ਮਿਲਣ ਸੁਦਾਮਾ ਆਇਆ। ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ, ਤੈਨੂੰ ਮਿਲਣ ਸੁਦਾਮਾ ਆਇਆ। ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ, ਤੈਨੂੰ ਮਿਲਣ ਸੁਦਾਮਾ ਆਇਆ। ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ, ਤੈਨੂੰ ਮਿਲਣ ਸੁਦਾਮਾ ਆਇਆ। ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ, ਤੈਨੂੰ ਮਿਲਣ ਸੁਦਾਮਾ ਆਇਆ। ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ,
ਸੁਦਾਮ ਆਇਆ ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ ਤੈਨੂੰ ਮਿਲਣ ਸੁਦਾਮ ਆਇਆ ਕਹਿ ਦਿਓ ਕ੍ਰਿਸ਼ਨ ਮੁਰਾਰੀ ਕ੍ਰਿਸ਼ਨ ਮੁਰਾਰੀ ਨੂੰ ਕਦ ਕ੍ਰਿਸ਼ਨ ਮੁਰਾਰੀ ਨੂੰ ਕ੍ਰਿਸ਼ਨ ਮੁਰਾਰੀ ਨੂੰ ਕਦ ਕ੍ਰਿਸ਼ਨ ਮੁਰਾਰੀ ਨੂੰ ਕ੍ਰਿਸ਼ਨ ਮੁਰਾਰੀ ਨੂੰ ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ ਓ ਕ੍ਰਿਸ਼ਨ ਮੁਰਾਰੀ ਨੂੰ ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ ਕ੍ਰਿਸ਼ਨ ਮੁਰਾਰੀ ਨੂੰ ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ ਕ੍ਰਿਸ਼ਨ ਮੁਰਾਰੀ ਨੂੰ ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ ਤੈਨੂੰ ਮਿਲਣ ਸੁਦਾਮ ਆਇਆ ਕਦੋਂ ਕ੍ਰਿਸ਼ਨ ਮੁਰਾਰੀ ਨੂੰ ਤੈਨੂੰ ਮਿਲਣ ਸੁਦਾਮ ਆਇਆ ਕਦੋਂ ਕ੍ਰਿਸ਼ਨ ਮੁਰਾਰੀ ਨੂੰ ਉਹ ਤੈਨੂੰ ਮਿਲਣ ਸੁਦਾਮਾ ਆਇਆ ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ ਤੈਨੂੰ ਮਿਲਣ ਸੁਦਾਮਾ ਆਇਆ ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ ਮਿਲਨ ਸੁਦਾਮ ਆਇਆ ਕਹਿ ਦਿਓ ਕ੍ਰਿਸ਼ਨ ਮੁਰਾਰੀ ਨੂੰ ਤੈਨੂੰ ਮਿਲਨ ਸੁਦਾਮ ਆਇਆ ਕਹਿ ਦਿਓ ਕ੍ਰਿਸ਼ਨ ਕ੍ਰਿਸ਼ਨ ਮੁਰਾਰੀ ਨੂੰ ਸੁਦਾਮਾ ਕਹਿਣ ਲੱਗਾ ਕਹਿੰਦਾ ਇੱਕ ਵਾਰੀ ਜਾ ਕੇ ਬੇਨਤੀ ਕਰ ਦਿਓ ਬਾਕੀ ਅੱਗੇ ਮਰਜ਼ੀ ਉਹਨਾਂ ਦੀ ਮਿਲਣਾ ਨਾ ਮਿਲਣਾ ਪਹਿਰੇਦਾਰ ਕਹਿੰਦੇ ਵੀ ਚਲੋ ਕਹਿੰਦੇ ਕੋਈ ਨਹੀਂ ਸਾਡਾ ਕੀ ਲੱਗਦਾ ਸੀ ਤੇ ਜਾ ਕੇ ਕਹਿਣੀ ਆ ਹੁਣ ਗੁਰਮੁਖ ਪਿਆਰਿਓ ਪਹਿਰੇਦਾਰ ਤਾਂ ਚਲਿਆ ਗਿਆ ਅੰਦਰ ਨੂੰ ਕ੍ਰਿਸ਼ਨ ਭਗਵਾਨ ਕੋਲ ਤੇ ਸੁਦਾਮਾ ਸੋਚਦਾ ਕੀ ਪਤਾ ਯਾਰ ਕਹਿੰਦਾ ਇਹਨਾਂ ਨੇ ਕਹਿਣਾ ਕਿ ਨਾ ਕਹਿਣਾ ਮਿਲਣਾ ਕਿ ਨਾ ਮਿਲਣਾ ਇਹ ਗੱਲ ਸੋਚ ਕੇ ਗੁਰਮੁਖ ਪਿਆਰਿਓ ਸੁਦਾਮਾ ਵਾਪਸ ਚੱਲ ਪਿਆ ਆਖੋ ਸਤਨਾਮ ਵਾਹਿਗੁਰੂ ਜੀ ਸੁਦਾਮਾ ਵਾਪਸ ਚੱਲ ਪਿਆ ਪਹਿਰੇਦਾਰ ਭਗਵਾਨ ਦੇ ਕੋਲ ਪਹੁੰਚ ਗਿਆ ਕ੍ਰਿਸ਼ਨ ਭਗਵਾਨ ਜੀ ਨੂੰ ਲੱਗਿਆ ਕਹਿਣ ਪਹਿਰੇਦਾਰ ਕਹਿੰਦੇ ਭਗਵਾਨ ਜੀ ਇੱਕ ਬੰਦਾ ਆਇਆ ਬਾਹਰ ਹਾਲਤ ਬੜੀ ਭੈੜੀ ਜੀ ਲੱਗਦੀ ਆ ਇੰਜ ਲੱਗਦਾ ਕੋਈ ਮੰਗਤਾ ਜਾ ਹੋਵੇ ਪਰ ਉਹ ਕਹਿੰਦਾ ਮੈਂ ਬਾਲ ਸਿਖਾਈ ਮਿੱਤਰਾ ਭਗਵਾਨ ਦਾ ਕ੍ਰਿਸ਼ਨ ਭਗਵਾਨ ਜੀ ਕਹਿੰਦੇ ਕੋਈ ਆਤਾ ਪਤਾ ਕੋਈ ਨਾਮ ਦੱਸਦਾ ਆਪਣਾ ਕਹਿੰਦੇ ਹਾਂਜੀ ਆਪਣਾ ਨਾਮ ਦੱਸਦਾ ਸੁਦਾਮਾ ਗੋਕਲ ਤੋਂ ਸੁਦਾਮਾ ਨਾਮ ਦੱਸਦਾ ਆਪਣਾ ਜਦੋਂ ਸੁਣਿਆ ਵੀ ਗੋਕਲ ਤੋਂ ਸੁਦਾਮਾ ਉਸੇ ਸਮੇਂ ਗੁਰਮੁਖ ਪਿਆਰਿਓ ਕ੍ਰਿਸ਼ਨ ਭਗਵਾਨ ਜੀ ਨੇ ਜੋੜਾ ਵੀ ਨਹੀਂ ਪਾਇਆ ਬਾਹਰ ਨੂੰ ਭੱਜ ਲਿਆ ਆਖੋ ਸਤਨਾਮ ਵਾਹਿਗੁਰੂ ਜੀ ਮੇਨ ਗੇਟ ਤੇ ਨੂੰ ਆ ਗਏ ਬਾਹਰ ਕਹਿੰਦੇ ਕਿੱਥੇ ਮੇਰਾ ਮਿੱਤਰ ਭਾਵੇਂ ਬਹੁਤ ਵੱਡਾ ਉੱਚਾ ਉਹਦਾ ਪ੍ਰਾਪਤ ਹੋਇਆ ਭਗਵਾਨ ਖੁਦ ਪਰ ਸੁਦਾਮੇ ਨੂੰ ਭੁੱਲੇ ਨਹੀਂ ਆਖੋ ਸਤਨਾਮ ਵਾਹਿਗੁਰੂ ਜੀ ਆਪਣੇ ਮਿੱਤਰ ਨੂੰ ਭੁੱਲੇ ਨਹੀਂ ਸੀ ਤਾਂ ਗੁਰਮੁਖ ਪਿਆਰਿਓ ਗੁਰੂ ਸਿੱਖ ਨੂੰ ਭੁੱਲਦਾ ਨਹੀਂ ਹੁੰਦਾ ਸਿੱਖ ਗੁਰੂ ਨੂੰ ਭੁੱਲ ਜਾਂਦਾ ਇੰਨਾ ਭੁੱਲ ਜਾਂਦਾ ਕਿ ਗੁਰੂ ਦੀ ਮਾਣ ਮਰਿਆਦਾ ਨੂੰ ਖਿਆਲ ਨਹੀਂ ਰਹਿੰਦੀ ਆਖੋ ਸਤਨਾਮ ਵਾਹਿਗੁਰੂ ਜੀ ਗੁਰੂ ਦੀ ਮਾਣ ਮਰਿਆਦਾ ਨੂੰ ਹੀ ਛੱਡ ਬਹਿੰਦਾ ਇਹ ਨਹੀਂ ਵੇਖਦਾ ਵੀ ਗੁਰੂ ਦੀ ਮਾਣ ਮਰਿਆਦਾ ਕੀ ਆ ਕੀ ਗੁਰੂ ਘਰ ਦੀ ਮਰਿਆਦਾ ਕੀ ਕਹਿੰਦੇ ਨੇ ਗੁਰੂ ਸਭ ਤੋਂ ਵੱਡੀ ਪਾਲਟੀ ਬਾਜੀ ਗੁਰੂ ਘਰ ਦੇ ਵਿੱਚ ਕਰ ਬੈਂਦੇ ਆਖੋ ਸਤਨਾਮ ਵਾਹਿਗੁਰੂ ਜੀ ਰੰਜਸਾਂ ਸਾਡੀਆਂ ਆਪਣੀਆਂ ਹੁੰਦੀਆਂ ਨੇ ਇਹ ਪਹਿਲਾਂ ਵੋਟਾਂ ਦੇ ਵਿੱਚ ਚੱਲਦੀਆਂ ਸੀ ਤੇ ਅੱਜ ਦੇ ਲੋਕਾਂ ਨੇ ਗੁਰੂ ਘਰਾਂ ਦੇ ਵਿੱਚ ਵੀ ਇਹ ਰੰਜਸਾਂ ਵਾੜ ਲਈਆਂ ਆਖੋ ਸਤਨਾਮ ਵਾਹਿਗੁਰੂ ਜੀ ਬਹੁਤ ਬੁਰਾ ਹਾਲ ਆ ਦਾਸ ਮੇਰਾ ਖਿਆਲ ਵੀ ਮੈਂ 500 ਗੁਰਦੁਆਰੇ ਦੇ ਵਿੱਚ ਫੈਸਲਾ ਕਰਾ ਚੁੱਕਾ ਜਿੱਥੇ ਵੀ ਗਿਆ ਸਤਿਗੁਰੂ ਦੀ ਦਇਆ ਮਹਾਰਾਜ ਜੀ ਦੀ ਮਿਹਰ ਸਾਰਿਆਂ ਥਾਵਾਂ ਦੇ ਉੱਤੇ ਫੈਸਲੇ ਕਰਾਏ ਨੇ ਬਹੁਤ ਵਧੀਆ ਸਤਿਗੁਰੂ ਦੀ ਕਿਰਪਾ ਕਮੇਟੀਆਂ ਵੀ ਨਾਰਾਜ਼ ਨਹੀਂ ਹੋਣ ਦਿੱਤੀਆਂ ਸਾਰੇ ਖੁਸ਼ ਨੇ ਜਿੱਥੇ ਵੀ ਕੋਈ ਗ੍ਰੰਥੀ ਸਿੰਘ ਨੂੰ ਤੰਗ ਕਰਦਾ ਫੋਨ ਆਉਂਦਾ ਉੱਥੇ ਹੀ ਪਹੁੰਚਦੇ ਆ ਜਿੱਥੇ ਕੋਈ ਕਮੇਟੀ ਵਾਲੇ ਬੁਲਾਉਂਦੇ ਨੇ ਵੀ ਸਾਨੂੰ ਗ੍ਰੰਥੀ ਤੰਗ ਕਰਦਾ
ਉੱਥੇ ਵੀ ਪਹੁੰਚਦੇ ਆ। ਪਿੱਛੇ ਜੇ ਹੁਣ ਜਾ ਕੇ ਆਏ ਆ ਧੀਰੋ ਮਾਜਰਾ ਸੀ, ਧੀਰੋ ਮਾਜਰੇ ਜਾ ਕੇ ਕਮੇਟੀ ਵਾਲੇ ਨੇ ਬੁਲਾਇਆ, ਕਹਿੰਦੇ ਸਾਨੂੰ ਗ੍ਰੰਥੀ ਤੰਗ ਕਰਦਾ ਜੀ। ਮੈਂ ਕਿਹਾ ਪਹਿਲੇ ਤੁਸੀਂ ਹੋ ਜਿਹੜੇ ਕਹਿੰਦੇ ਵੀ ਗ੍ਰੰਥੀ ਤੰਗ ਕਰਦਾ। ਉੱਥੇ ਪਹੁੰਚੇ ਅਸੀਂ ਜਾ ਕੇ, ਮੈਂ ਦੱਸੋ ਜੀ, ਕਹਿੰਦੇ ਜੀ ਐਂ ਕਰਕੇ ਐਂ ਗੱਲਾਂ ਬਾਤਾਂ। ਆ ਪਿੱਛੇ ਜੇ ਤੁਸੀਂ ਪੜ੍ਹਿਆ ਹੋਣਾ ਸੁਣਿਆ ਹੋਣਾ ਫੇਸਬੁੱਕ ਤੇ, ਤੰਗੇੜੇ ਦੇ ਲਵੇ ਖੁਰਦ ਪਿੰਡਾ, ਉੱਥੇ ਗ੍ਰੰਥੀ ਸਿੰਘ ਦੇ ਘਰ ਵਾਲੀ, ਉਹਦੀ ਲੜਕੀ, ਇਹੋ ਜੀ ਮਜਬੂਰੀ ਸਾਨੂੰ ਪਈ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਹੁੰਚਾਉਣਾ ਪਿਆ। ਆਖੋ ਸਤਨਾਮ ਵਾਹਿਗੁਰੂ ਜੀ। ਆ ਥੋੜੇ ਦਿਨਾਂ ਦੀ ਗੱਲ ਆ, ਬਹੁਤ ਹੀ ਨਹੀਂ, ਮੇਰਾ ਖਿਆਲ ਵੀ ਹਫ਼ਤਾ ਕੁ ਹੋਇਆ ਹੋਣਾ। ਕਾਰਨ ਕੁਝ ਹੋਰ ਸੀ, ਸੰਗਤ ਵਿੱਚ ਨਹੀਂ ਦੱਸ ਸਕਦੇ। ਕਾਰਨ ਕੁਝ ਹੋਰ ਸੀ, ਪਰ ਉਹਨਾਂ ਨੇ ਨਾ ਬੇਅਦਬੀ ਦਾ ਮੁੱਦਾ ਬਣਾ ਲਿਆ। ਗ੍ਰੰਥੀ ਦੇ ਘਰ ਵਾਲੀ ਦੀ ਕੁੜੀ ਨੇ, ਤੇ ਮਹਾਰਾਜ ਦੇ ਰਾਤ ਨੂੰ ਜਾ ਕੇ ਬਸਤਰ ਤਾਰ ਦਿੱਤੇ, ਮਹਾਰਾਜ ਨੂੰ ਨੰਗਨ ਕਰ ਦਿੱਤਾ, ਤੇ ਉਹ ਬੰਦੇ ਨੂੰ, ਮੁੰਡੇ ਨੂੰ ਫੜ ਕੇ ਮਹਾਰਾਜ ਦੀ ਹਜ਼ੂਰੀ 'ਚ ਖਿੱਚ ਲਿਆਏ ਅੰਦਰ ਦਰਬਾਰ ਸਾਹਿਬ 'ਚ। ਗੱਲ ਕੁਝ ਹੋਰ ਸੀ, ਘਟਨਾ ਕੁਝ ਹੋਰ ਬਣਾਉਣਾ ਚਾਹੁੰਦੇ ਸੀ, ਪਰ ਜਦੋਂ ਨਿਕਲੀ ਗੱਲ ਕੁਝ ਹੋਰ ਨਿਕਲੀ। ਤੇ ਗੁਰਮੁਖ ਪਿਆਰੇ 295 ਏ ਦਾ ਪਰਚਾ, 356 ਦਾ ਪਰਚਾ, 306 ਦਾ ਪਰਚਾ ਪਾ ਕੇ ਗ੍ਰੰਥੀ ਸਿੰਘ, ਗ੍ਰੰਥੀ ਦੇ ਘਰ ਵਾਲੀ, ਗ੍ਰੰਥੀ ਦੀ ਕੁੜੀ ਤੇ ਉਹ ਮੁੰਡਾ, ਚਾਰਾਂ ਦੇ ਪਰਚਾ ਪਾਇਆ ਤੇ ਅੰਦਰ ਜੇਲ੍ਹ ਦੇ ਵਿੱਚ ਬੈਠੇ ਨੇ। ਆਖੋ ਸਤਨਾਮ ਵਾਹਿਗੁਰੂ ਜੀ। ਅਸੀਂ ਗੁਰਮੁਖ ਪਿਆਰੇ ਗੁਰੂ ਦੀ ਮਰਿਆਦਾ ਨੂੰ ਇਹ ਭੰਗ ਕਰ ਦਿੱਤਾ। ਮੈਂ ਬੜੇ ਫੈਸਲੇ ਕਰਾ ਰਿਹਾ ਥਾਂ ਥਾਂ ਦੇ ਉੱਤੇ ਜਾ ਕੇ। ਹੁਣ ਮੈਂ ਕਹਿਣਾ ਨਹੀਂ ਸੀ ਚਾਹੁੰਦਾ, ਪਰ ਗੱਲ ਆ ਜਾਂਦੀ ਹੈ। ਕਹਿੰਦੇ ਜੇ ਤੁਹਾਡੇ ਪਿੰਡ ਦੇ ਵਿੱਚ ਬਾਬਾ ਜੀ 2 ਗੋਲਕਾਂ ਪਈਆਂ ਨੇ, ਦੱਸੋ ਹੁਣ। ਉਹ ਕਹਿੰਦੇ ਵੀ ਸਿਆਣੇ ਕਹਿੰਦੇ ਨੇ ਵੀ ਆਪਣਾ ਸਿਰ ਗੁੰਦਣਾ ਬੜਾ ਔਖਾ, ਦੂਜਿਆਂ ਦਾ ਸੌਖਾ। ਕੱਲ ਪਰਸੋਂ ਅਸੀਂ ਗਏ ਸੀ, ਡੀਐਸਪੀ ਨੇ ਬੁਲਾਇਆ ਸੀ, ਡੀਐਸਪੀ SHO। ਉਹ ਕਹਿੰਦੇ ਜੀ ਤੁਹਾਡੇ ਵੀ ਨਗਰ ਦਾ ਇੱਕ ਮੁੱਦਾ ਆ ਰਿਹਾ, ਤੁਸੀਂ ਉਹਨੂੰ ਹੱਲ ਕਰੋ। ਚਲੋ ਸਤਿਗੁਰੂ ਕਿਰਪਾ ਕਰੇਗਾ, ਜ਼ਰੂਰ ਆਪਾਂ ਪ੍ਰੇਮ ਦੇ ਨਾਲ, ਪਿਆਰ ਦੇ ਨਾਲ। ਆਪਾਂ ਨਹੀਂ ਚਾਹੁੰਦੇ ਵੀ ਮੀਡੀਆ ਦੇ ਵਿੱਚ ਗੱਲ ਜਾਵੇ, ਦੂਰ ਦੂਰ ਗੱਲ ਖਿੰਡੇ, ਜਾਂ ਲਲੌਡਾ ਸਾਹਿਬ ਦੀ ਕੋਈ ਕਿਸੇ ਤਰ੍ਹਾਂ ਦੀ ਬਦਨਾਮੀ ਹੋਵੇ, ਕਿਉਂਕਿ ਅਸੀਂ ਪ੍ਰਚਾਰ ਕਰਦੇ ਹਾਂ ਥਾਂ ਥਾਂ ਦੇ ਉੱਤੇ ਜਾ ਕੇ। ਪਤਾ ਲੱਗਦਾ ਵੀ ਸੰਤ ਰੇਨ ਬਾਬਾ ਲਖਵੀਰ ਸਿੰਘ ਜੀ ਖਾਲਸਾ ਲਲੌਡਾ ਸਾਹਿਬ ਵਾਲੇ ਸਿੱਖੀ ਦਾ ਪ੍ਰਚਾਰ ਕਰਦੇ, ਜਿੱਥੇ ਜਾਂਦੇ ਉੱਥੇ ਪਤਾ ਲੱਗਦਾ ਨਾਂ ਦਾ ਗੁਰਦੁਆਰਾ ਸਾਹਿਬ ਦੇ ਉੱਤੇ ਲਿਖਿਆ ਹੋਇਆ, ਗੱਡੀ ਦੇ ਉੱਤੇ ਲਿਖਿਆ ਗੁਰਦੁਆਰਾ ਸਾਹਿਬ ਲਲੌਡਾ ਸਾਹਿਬ। ਇਸ ਕਰਕੇ ਗੁਰਮੁਖ ਪਿਆਰਿਓ, ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ, ਗੁਰੂ ਦੀ ਮਰਿਆਦਾ ਨੂੰ ਆਪਾਂ ਨੇ ਮੇਨ ਰੱਖਣਾ, ਮੁੱਖ ਰੱਖਣਾ। ਕੋਈ ਕਾਰਨ ਹੋ ਜਾਂਦੇ ਨੇ, ਉਹਨੂੰ ਬੈਠ ਕੇ ਸਪਸ਼ਟ ਕਰ ਦੇਣਾ ਚਾਹੀਦਾ। ਕੋਈ ਗੱਲ ਨਹੀਂ, ਸਤਿਗੁਰੂ ਕਿਰਪਾ ਕਰਨਗੇ, ਇਸ ਮੁੱਦੇ ਨੂੰ ਵੀ ਬਹੁਤ ਛੇਤੀ ਮਸਲੇ ਨੂੰ ਹੱਲ ਕਰਾਂਗੇ। ਰਹਿਮਤ ਕਰਨ, ਸਤਿਗੁਰੂ ਕਿਰਪਾ ਕਰਨ, ਚੜ੍ਹਦੀ ਕਲਾ ਵਿੱਚ ਰੱਖਣਾ। ਕਿਉਂਕਿ ਅਸੀਂ ਥਾਂ ਥਾਂ ਤੇ ਜਾਂਦੇ ਹਾਂ, ਅਗਲਾ ਇਹੀ ਕਹਿੰਦਾ ਜੀ ਤੁਹਾਡੇ ਨਗਰ ਦੇ ਵਿੱਚ ਇਸ ਤਰ੍ਹਾਂ ਜੀ। ਫਿਰ ਗੱਲ ਬੜੀ ਦਿੱਕਤ ਲਾਉਂਦੀ ਆ, ਬੜਾ ਨੀਵੀਂ ਪਾਉਣੀ ਪੈਂਦੀ ਆ। ਵਿਆਹ ਕਹਿੰਦਾ ਪਹਿਲਾਂ ਉੱਥੇ ਕਰੋ ਜੀ ਮਸਲਾ ਹੱਲ ਤੁਹਾਡੇ ਵਾਲਾ, ਫਿਰ ਦੱਸੋ। ਬਾਕੀ ਅਕਾਲ ਤਖਤ ਵੱਲੋਂ ਹੁਕਮਨਾਮਾ ਸਾਹਿਬ ਜਾਰੀ ਆ, ਗੁਰਦੁਆਰਾ ਸਾਹਿਬ ਦੇ ਵਿੱਚ ਕੁਰਸੀਆਂ ਨਹੀਂ ਹੋਣੀਆਂ ਚਾਹੀਦੀਆਂ, ਇਹਨਾਂ ਨੂੰ ਵੀ ਚੱਕ ਕੇ ਬਰਾਂਡੇ ਦੇ ਵਿੱਚ ਲਾਓ ਬਾਹਰ। ਇਹ ਪ੍ਰਬੰਧਕਾਂ ਨੂੰ, ਸਿਆਣਿਆਂ ਨੂੰ ਬੇਨਤੀ ਆ। ਅੱਜ ਸਖਤਾਈ ਬੜੀ ਚੱਲ ਰਹੀ ਹੈ, ਥਾਂ ਥਾਂ ਦੇ ਉੱਤੇ ਜਾ ਰਹੇ ਆ। ਨਾ ਕਿਸੇ ਨੇ ਗ੍ਰੰਥੀ ਨੂੰ ਪੁੱਛਣਾ, ਨਾ ਕਿਸੇ ਨੇ ਹੋਰ ਨੂੰ ਪੁੱਛਣਾ। ਇਹ ਕਹਿਣਗੇ ਭਾਈ ਗੁਰਦੁਆਰੇ ਦੀ ਕਮੇਟੀ ਕਿਹੜੀ ਆ, ਫਿਰ ਇੱਕ ਦੂਜੇ ਦੇ ਭਾਂਡਾ ਜਾਂ ਭੰਨੀ ਜਾਓ ਜੀ, ਉਹ ਆ ਜੀ, ਆ ਜੀ, ਆ ਜੀ। ਇਸ ਤਰ੍ਹਾਂ ਨਹੀਂ, ਇਹਨੂੰ ਆਪਾਂ ਸਿਆਣੇ, ਜਿਵੇਂ ਹੁਣ ਜਥੇਦਾਰ ਜੀ ਗੱਲ ਕਰ ਰਹੇ ਸੀ ਜਦੋਂ ਅਸੀਂ ਆਇਆ, ਵੀ ਕੁਰਸੀਆਂ ਦੇ ਉੱਤੇ ਨਹੀਂ ਬੈਠਣਾ ਚਾਹੀਦਾ। ਇੱਕ ਬੇਅਦਬੀ ਆ ਮਹਾਰਾਜ ਜੀ ਦੀ। ਇਹ ਅਕਾਲ ਤਖਤ ਵੱਲੋਂ ਹੁਕਮਨਾਮਾ ਸਾਹਿਬ ਜਾਰੀ ਹੋ ਗਿਆ ਵੀ ਦਰਬਾਰ ਸਾਹਿਬ ਦੇ ਅੰਦਰ ਕੁਰਸੀਆਂ ਨਹੀਂ ਲੱਗਣੀਆਂ ਚਾਹੀਦੀਆਂ। ਤੇ ਇੱਕ ਇਹ ਵੀ ਹੁਕਮਨਾਮਾ ਸਾਹਿਬ ਹੋਇਆ ਅਕਾਲ ਤਖਤ ਵੱਲੋਂ, ਜਿਹੜੇ ਕਮੇਟੀ ਦੇ ਵਿੱਚ ਬੇਅਮਰਤੀਏ ਨੇ ਉਹ ਅੰਮ੍ਰਿਤਧਾਰੀ ਬਣਨ, ਜਿਹੜੇ ਦਾੜੀਆਂ ਰੰਗਦੇ ਨੇ ਉਹ ਦਾੜੀਆਂ ਰੰਗਣੀਆਂ ਛੱਡਣ। ਇਹ ਹੁਣ ਬੜੀ ਸਖਤਾਈ ਚੱਲਦੀ ਆ। ਪਿੱਛੇ ਜੇ ਕਿਤੇ ਹੋਟਲ ਦੇ ਵਿੱਚ ਸੇਠੀ ਨਾਮ ਆ, ਇੱਧਰ ਜੀਰਕਪੁਰ ਦੇ ਨੇੜੇ ਆ, ਉਹ ਕੁੜੀਆਂ ਤਿਆਰ ਹੋਈਆਂ ਸੀ ਤੇ ਮੇਰਾ ਖਿਆਲ ਵੀ ਤੀਆਂ ਦਾ ਤਿਉਹਾਰ ਮਨਾਉਣਾ ਸੀ। ਉਹਨਾਂ ਨੇ ਸ਼ਬਦ ਗਾਇਆ ਇੱਕ, ਸਿਰ ਨੰਗਾ ਹਮ ਕਰ ਸਾਜਨੇ ਆਏ, ਸਤਿਗੁਰ ਮੇਲ ਮਿਲਾਏ, ਹਮ ਕਰ ਸਾਜਨੇ ਆਏ। ਸ਼ਬਦ ਇਹ ਗਾ ਰਿਹਾ, ਤੁਹਾਡੇ ਮੋਬਾਈਲਾਂ ਦੇ ਉੱਪਰ ਵੀ ਆਇਆ ਹੋਣਾ।
ਦੇਖਿਆ ਹੋਣਾ ਅੱਜ ਸੇਠੀ ਕਿੱਥੇ, ਆਖੋ ਸਤਨਾਮ। ਵਾਹਿਗੁਰੂ ਜੀ। ਜੇਲ੍ਹ ਦੇ ਵਿੱਚ ਬੈਠਾ 5-7 ਦਿਨਾਂ ਦੀ ਗੱਲ ਆ ਲੈ, ਬੜੀ ਸਖਤਾਈ ਚੱਲ ਰਹੀ ਹੈ। ਆਪਾਂ ਨੇ ਸਤਿਗੁਰੂ ਦਾ ਸਤਕਾਰ ਬਰਕਰਾਰ ਰੱਖਣਾ ਸਾਰਿਆਂ ਨੇ। ਏਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ। ਸਾਡੇ ਪਿਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਰਿਆਂ ਦੇ, ਪਰ ਅਸੀਂ ਨੇ ਸਤਿਗੁਰ ਦਾ ਸਤਕਾਰ ਅਸੀਂ ਨੇ ਬਰਕਰਾਰ ਰੱਖਣਾ। ਕੋਈ ਪਾਕਿਸਤਾਨ ਤੋਂ ਆ ਕੇ ਨਹੀਂ ਕਿਸੇ ਨੇ ਰੱਖਣਾ, ਆਖੋ ਸਤਨਾਮ। ਵਾਹਿਗੁਰੂ ਜੀ। ਸਾਡਾ ਸਿੱਖਾਂ ਦਾ ਗੁਰੂ ਆ ਤੇ ਸਾਨੂੰ ਸਾਰਿਆਂ ਨੂੰ ਫਰਜ਼ ਬਣਦਾ ਇਸ ਕਰਕੇ ਸਤਿਗੁਰ ਦਾ ਸਤਕਾਰ ਬਰਕਰਾਰ ਰੱਖੀਏ। ਹੁਣ ਸੁਦਾਮਾ ਦੀ ਗੱਲ ਚੱਲ ਰਹੀ ਸੀ। ਕ੍ਰਿਸ਼ਨ ਨੇ ਸੁਣਿਆ ਸੁਦਾਮਾ ਆਇਆ ਗੋਕਲ ਤੋਂ, ਉਸੇ ਸਮੇਂ ਭੱਜ ਲਿਆ। ਜਦੋਂ ਦੇਖਿਆ ਮੇਨ ਗੇਟ ਤੇ, ਕਹਿੰਦੇ ਸੁਦਾਮਾ, ਕਹਿੰਦੇ ਦੇਖਿਆ ਨਹੀਂ। ਭਾਵੇਂ ਗੁਰਮੁਖ ਪਿਆਰਿਓ ਰਾਜੇ ਮਹਾਰਾਜੇ ਬਣ ਗਏ, ਰਾਜੇ ਮਹਾਰਾਜੇ ਦਰ ਤੇ ਆ ਕੇ ਬਹਿੰਦੇ ਨੇ, ਭਗਵਾਨ ਬਣ ਗਏ ਖੁਦ। 16 ਕਲਾ ਸੰਪੂਰਨ ਕ੍ਰਿਸ਼ਨ ਭਗਵਾਨ ਜੀ। ਤਾਂ ਗੁਰਮੁਖ ਪਿਆਰਿਓ ਸੁਦਾਮੇ ਨੂੰ ਨਹੀਂ ਭੁੱਲਿਆ। ਤਾਂ ਗੁਰਮੁਖ ਪਿਆਰਿਓ ਸਿੰਘਾਸਨ ਛੱਡ ਕੇ ਆ ਗਏ। ਫਿਰ ਹਰ ਜੀ ਛੱਡ ਕੇ ਸਿੰਘਾਸਨ ਆਏ, ਮਿਲਨ ਸੁਦਾਮੇ ਨੂੰ। ਛੱਡ ਕੇ ਸਿੰਘਾਸਨ ਆ ਗਏ, ਮਿਲਨ ਸੁਦਾਮੇ ਨੂੰ। ਉਹ ਹਰ ਜੀ ਛੱਡ ਕੇ ਸਿੰਘਾਸਨ ਆਏ, ਮਿਲਣ ਸੁਦਾਮੇ ਨੂੰ। ਹਰ ਜੀ ਛੱਡ ਕੇ ਸਿੰਘਾਸਨ ਆਏ, ਮਿਲਣ ਸੁਦਾਮੇ ਨੂੰ। ਛੱਡ ਕੇ ਸਿੰਘਾਸਨ ਆਏ, ਮਿਲਨ ਸੁਦਾਮੇ ਨੂੰ। ਹਰ ਜੀ ਛੱਡ ਕੇ ਸਿੰਘਾਸਨ ਆਏ, ਮਿਲਨ ਸੁਦਾਮੇ। ਹਰ ਜੀ ਛੱਡ ਕੇ ਸਿੰਘਾਸਨ ਆਏ, ਮਿਲਨ ਸੁਦਾਮੇ ਨੂੰ। ਹਰ ਜੀ ਛੱਡ ਕੇ ਸਿੰਘਾਸਨ ਆ ਗਏ, ਮਿਲਨ ਸੁਦਾਮੇ ਨੂੰ। ਉਹ ਹਰ ਜੀ ਛੱਡ ਕੇ ਸਿੰਘਾਸਨ ਆਏ, ਮਿਲਣ ਸੁਦਾਮੇ ਨੂੰ। ਹਰ ਜੀ ਛੱਡ ਕੇ ਸਿੰਘਾਸਨ ਆਗੇ, ਮਿਲਣ ਸੁਦਾਮੇ ਨੂੰ। ਛੱਡ ਕੇ ਸਿੰਘਾਸਨ ਆਏ, ਮਿਲਨ ਸੁਦਾਮੇ ਨੂੰ। ਹਰ ਜੀ ਛੱਡ ਕੇ ਸਿੰਘਾਸਨ ਆਏ, ਮਿਲਨ ਸੁਦਾਮੇ। ਪਿਆਰੇ ਜੀ ਮਿਲਣ ਸੁਦਾਮੇ ਨੂੰ, ਪਿਆਰੇ ਜੀ ਮਿਲਣ ਸੁਦਾਮੇ ਨੂੰ। ਉਹ ਪਿਆਰੇ ਜੀ ਮਿਲਣ ਸੁਦਾਮੇ ਨੂੰ। ਪਿਆਰੇ ਜੀ ਮਿਲਣ ਸੁਦਾਮੇ ਨੂੰ। ਮਿਲਨ ਸੁਦਾਮੇ ਨੂੰ। ਪਿਆਰੇ ਜੀ ਮਿਲਨ ਸੁਦਾਮੇ ਨੂੰ। ਪਿਆਰੇ ਜੀ ਮਿਲਣ 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 ਸੁਦਾਮੇ ਨੂੰ। ਮਿਲਨ ਸੁਦਾਮੇ ਨੂੰ। ਪਿਆਰੇ ਜੀ ਮਿਲਨ ਸੁਦਾਮੇ ਨੂੰ। ਹਰ ਜੀ ਛੱਡ ਕੇ ਸਿੰਘਾਸਨ ਆਏ, ਹਰ ਜੀ ਛੱਡ ਕੇ ਸਿੰਘਾਸਨ ਆਏ। ਹਰ ਜੀ ਛੱਡ ਕੇ ਸਿੰਘਾਸਨ ਆਏ। ਹਰ ਜੀ ਛੱਡ ਕੇ ਸਿੰਘਾਸਨ ਆਏ। ਛੱਡ ਕੇ ਸਿੰਘਾਸਨ ਆਏ। ਹਰ ਜੀ ਛੱਡ ਕੇ ਸਿੰਘਾਸਨ ਆਏ। ਹਰ ਜੀ ਛੱਡ ਕੇ ਸਿੰਘਾਸਨ ਆਏ, ਮਿਲਨ ਸੁਦਾਮੇ
ਸਿੰਘਾਸਣ ਆਗੇ ਮਿਲਣ ਸਦਾ ਮੈਨੂੰ ਉਹ ਹਰ ਜੀ ਛੱਡ ਕੇ ਸਿੰਘਾਸਣ ਆਏ ਮਿਲਣ ਸੁਧਾ ਮੈਨੂੰ ਹਰ ਜੀ ਛੱਡ ਕੇ ਸਿੰਘਾਸਣ ਆਏ ਮਿਲਣ ਸੁਧਾ ਮੈਨੂੰ ਛੱਡ ਕੇ ਸਿੰਘਾਸਨ ਆਏ ਮਿਲਨ ਸਦਾ ਮੈਨੂੰ ਹਰ ਦੀ ਛੱਡ ਕੇ ਸਿੰਘਾਸਨ ਆਏ ਮਿਲਨ ਸਦਾ ਮੈਨੂੰ ਹਰ ਜੀ ਛੱਡ ਕੇ ਸਿੰਘਾਸਣ ਆਏ ਮਿਲਣ ਸੁਦਾਮੇ ਨੂੰ। ਤਾਂ ਗੁਰਮੁਖ ਪਿਆਰਿਓ ਸਿੰਘਾਸਣ ਛੱਡ ਕੇ ਆਏ, ਜਦੋਂ ਦੇਖਿਆ ਕਹਿੰਦੇ ਕਿੱਥੇ ਸੁਦਾਮਾ, ਕਹਿੰਦੇ ਜੀ ਉਰੀ ਖੜਾ ਸੀ, ਜਦੋਂ ਨਜ਼ਰ ਮਾਰੀ ਕਹਿੰਦੇ ਉਹ ਜਾ ਰਿਹਾ ਜੀ ਸੁਦਾਮਾ। ਤਾਂ ਕ੍ਰਿਸ਼ਨ ਭਗਵਾਨ ਗੁਰਮੁਖ ਪਿਆਰਿਓ ਬਾਜ਼ਾਰ ਦੇ ਵਿੱਚ ਦੀ ਉਹ ਨਾ ਨੰਗੇ ਭੱਜੇ ਜਾਂਦੇ ਨੇ, ਆਖੋ ਸਤਨਾਮ। ਵਾਹਿਗੁਰੂ ਜੀ। ਲੋਕੀ ਦੇਖ ਕੇ ਹੈਰਾਨ ਹੋਏ, ਕਹਿੰਦੇ ਜਦੋਂ ਅੱਗੇ ਭਗਵਾਨ ਜੀ ਬਾਹਰ ਨਿਕਲਦੇ ਸੀ, ਰਥਾਂ ਦੇ ਉੱਤੇ ਜਾਂਦੇ ਸੀ, ਬੜੇ ਸਜੇ ਧਜੇ ਹੁੰਦੇ ਸੀ, ਅੱਜ ਇਹ ਨੰਗੇ ਪੈਰੀਓ ਭੱਜੇ ਜਾਂਦੇ ਨੇ, ਕਾਰਨ ਕੀ ਹੈ, ਕੀ ਹੋ ਗਿਆ ਇਹ ਜਾ ਸਾਰੇ ਵੇਖ ਰਹੇ ਨੇ। ਤਾਂ ਗੁਰਮੁਖ ਪਿਆਰਿਓ ਸੁਦਾਮੇ ਨੂੰ ਆਵਾਜ਼ਾਂ ਮਾਰਦੇ ਨੇ, ਸੁਦਾਮਿਆ ਰੁਕ ਜਾ ਮਿੱਤਰਾ, ਜਾਈ ਨਾ, ਮੈਂ ਆ ਰਿਹਾ। ਜਦੋਂ ਸੁਦਾਮੇ ਨੇ ਆਵਾਜ਼ ਸੁਣੀ ਨਾ, ਕਹਿੰਦਾ ਇੰਜ ਲੱਗਦੀ ਆ ਜਿਵੇਂ ਮੇਰੇ ਮਿੱਤਰ ਦੀ ਆਵਾਜ਼ ਹੋਵੇ, ਆਖੋ ਸਤਨਾਮ। ਵਾਹਿਗੁਰੂ ਜੀ। ਜਦੋਂ ਪਿੱਛੇ ਮੁੜ ਕੇ ਵੇਖਿਆ, ਸੱਚ ਹੀ ਕ੍ਰਿਸ਼ਨ ਭਗਵਾਨ ਜੀ ਆ ਰਹੇ ਨੇ, ਆਖੋ ਸਤਨਾਮ। ਵਾਹਿਗੁਰੂ ਜੀ। ਸਮਝ ਗਿਆ, ਬੜੀ ਪਿਆਰੀ ਮਿੱਠ ਬੋਲੜਾ ਹਰ ਸੱਜਣ ਸੁਆਮੀ ਮੋਰਾ। ਉਹ ਮਿੱਠੇ ਬੋਲ ਬੋਲਦਾ ਹੈ ਪਿਆਰਾ, ਕੌੜਾ ਬੋਲ ਨਾ ਜਾਨੀ ਪੂਰਨ ਭਗਵਾਨਾ। ਉਹਨੂੰ ਕੌੜਾ ਕਹਿੰਦੇ ਬੋਲਣ ਨਹੀਂ ਆਉਂਦਾ, ਆਖੋ ਸਤਨਾਮ। ਵਾਹਿਗੁਰੂ ਜੀ। ਇਸੇ ਕਰਕੇ ਮਿੱਠੇ ਬੋਲ ਸੀ ਪ੍ਰੀਤਮਾ ਤੇਰੇ, ਮੋਲਿਆ ਸਾਰੀ ਦੁਨੀਆ ਨੂੰ। ਬੋਲ ਸੀ ਪ੍ਰੀਤਮਾ ਤੇਰੇ, ਮੋਲਿਆ ਸਾਰੀ ਦੁਨੀਆ ਨੂੰ। ਓ ਮਿੱਠੇ ਬੋਲ ਸੀ ਪ੍ਰੀਤਮਾ ਤੇਰੇ, ਮੋਲਿਆ ਸਾਰੀ ਦੁਨੀਆ ਨੂੰ। ਮਿੱਠੇ ਬੋਲ ਸੀ ਪ੍ਰੀਤਮਾ ਤੇਰੇ, ਮੋਲਿਆ ਸਾਰੀ ਦੁਨੀਆ ਨੂੰ। ਬੋਲ ਸੀ ਪ੍ਰੀਤਮਾ ਤੇਰੇ ਮੋਲਿਆ ਸਾਰੀ ਦੁਨੀਆ ਨੂੰ। ਮਿੱਠੇ ਬੋਲਨੇ ਪ੍ਰੀਤਮਾ ਤੇਰੇ ਮੋਲਿਆ ਸਾਰੀ ਦੁਨੀਆ ਨੂੰ। ਮਿੱਠੇ ਮਿੱਠੇ ਬੋਲ ਬੋਲਦਾ। ਤਾਂ ਗੁਰਮੁਖ ਪਿਆਰਿਓ, ਜਦੋਂ ਸੁਦਾਮੇ ਨੇ ਦੇਖਿਆ ਕ੍ਰਿਸ਼ਨ ਭਗਵਾਨ ਆ ਰਹੇ ਨੇ, ਤਾਂ ਰੁਕ ਗਿਆ। ਜਾ ਕੇ ਕ੍ਰਿਸ਼ਨ ਭਗਵਾਨ ਨੇ ਗਲਵਕੜੀ ਦੇ ਵਿੱਚ ਲੈ ਲਿਆ, ਆਖੋ ਸਤਨਾਮ। ਵਾਹਿਗੁਰੂ ਜੀ। ਕਹਿੰਦੇ ਸੁਦਾਮਿਆ ਮਿਲਣ ਤੋਂ ਬਿਨੀ ਚੱਲਿਆ ਸੀ, ਆਇਆ ਵੀ ਆ, ਮਿਲ ਕੇ ਵੀ ਨਹੀਂ ਗਿਆ, ਬਿਨਾ ਮਿਲਣ ਤੋਂ ਚਲਿਆ ਗਿਆ। ਤਾਂ ਗੁਰਮੁਖ ਪਿਆਰਿਓ, ਹੁਣ ਕ੍ਰਿਸ਼ਨ ਭਗਵਾਨ ਨੇ ਗਲਵਕੜੀ ਵਿੱਚ ਪਾਇਆ, ਗਲਵਕੜੀ ਦੇ ਵਿੱਚ ਲਿਆ, ਪਿਆਰ